ਆਸ ਪਿਆਸੀ ਮੈਂ ਫਿਰਾਂ, ਆਸ ਪਿਆਸੀ ਮੈਂ ਫਿਰਾਂ, ਕਬ ਭੀਖੋਂ ਗੋਪਾਲ। ਹੈ ਕੋਈ ਸਾਜਨ ਸੰਤ ਜਨਾ, ਨਾਨਕ ਪ੍ਰਭ ਮਿਲਣ ਹਾਰ। ਬਿਨ ਮਿਲਵੈ ਸ਼ਾਂਤ ਨ ਉਪਜੈ, ਤਿਲ ਪਲ ਰਹਿਣ ਨ ਜਾਏ। ਹਰ ਸਾਧਾਂ ਸਰਣਾਗਤੀ, ਨਾਨਕ ਆਸ ਪੁਜਾਏ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਲਤਾ, ਜਨਮ ਕੋ ਭਾਂਤੀ। ਰਾਮ ਗੁਸਈਆ ਜੀ ਕੀ ਜੀਵਨਾ, ਮੋਹਿ ਨਾ ਵਿਸਾਰੂ ਮੈਂ ਜਨ ਤੇਰਾ। ਰਹਾਉ ਮੇਰੀ ਹਰੋ ਬਿਪਤ, ਜਨ ਕਰੋ ਸੁਭਾਈ। ਚਰਨ ਨ ਛਾਡਾਂ ਸਰੀਰ ਕਲ ਜਾਈ। ਕਹਿ ਰਵਿਦਾਸ ਪਰਹਾਉ ਤੇਰੀ ਸੰਭਾ, ਦੇਗ ਮਿਲੂ ਜਨ ਕਰ ਨ ਬਿਲਾਂਭ। ਕਹਿ ਰਵਿਦਾਸ ਪਰਹਾਉ ਤੇਰੀ ਸੰਭਾ, ਬੀਗ ਮਿਲੂ ਜਨ ਕਰ ਨ ਬਿਲਾਂਭ। ਪਰਮ ਸਨਮਾਨਯੋਗ ਜੁਗੂ ਜੁਗੀ ਅਟਲ ਸ਼ਬਦ ਦਾ ਅਵਤਾਰ ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ, ਸੱਚਖੰਡ ਵਾਸੀ ਉਦਾਸੀਨ ਡੇਰਾ ਸੰਤਵਾਦ ਟਹਿਲਦਾ ਸਮਾਰਿਆ ਤਪੋ ਸਥਾਨਾਂ 'ਤੇ ਸਤ ਸੰਗਤ ਮਿਲ ਰਹੀ ਹੈ ਮਾਧੂ ਜੈਸੀ ਮਧੂ ਮਖੀਰ। ਸਾਹਿਬ ਦੇ ਚਰਨਾਂ ਵਿੱਚ ਸੱਜ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੀਪ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਸਤਿਗੁਰੂ ਦੀ ਨਿੱਘੀ ਗੋਦ ਅੰਦਰ ਸੱਜ ਕਰਕੇ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਗੁਰਬਾਣੀ ਗਾਵੋ ਭਾਈ ਅਸਫਲ ਸਦਾ ਸੁਖਦਾਈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਬਸਾਏ ਮਨ ਆਏ। ਆਹਿਓ ਸੁਣਨ ਪੜਨ ਕੋ ਬਾਣੀ। ਤੇ ਸਾਹਿਬ ਦੀ ਬਚਨ ਪੜ੍ਹੀਐ, ਗੁਣੀਆਂ ਨਾਵ ਸਭ ਸੁਣੀਐ। ਸਾਹਿਬ ਦੀ ਪਾਵਨ ਬਚਨ ਸਰਵਣ ਕਰ ਰਹੇ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਗ ਸਾਧ ਸੰਗਤ ਜੀ 345 ਰਾਗ ਗੌੜੀ ਵਿੱਚ ਸੁਭਾਏਮਾਨ ਹੈ। ਸਾਹਿਬ ਸਤਿਗੁਰੂ ਦਾਸ ਮਹਾਰਾਜ ਪਾਤਸ਼ਾਹ ਫਰਮਾਉਂਦੇ ਹਨ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਲਤਾ, ਜਨਮ ਕੁਭਾਂਤੀ। ਰਾਮ ਗੁਸਈਆ ਜੀ ਕੀ ਜੀਵਨਾ, ਮੋਹਿ ਨਾ ਵਿਸਾਰੂ ਮੈਂ ਜਨ ਤੇਰਾ। ਰਹਾਉ ਰਹਾਉ ਦੀ ਵਚਨਾਂ ਦੇ ਅੰਦਰ ਸਾਹਿਬ ਸਤਿਗੁਰੂ ਵਚਨ ਕਰਦੇ ਨੇ, ਰਾਮ ਗੁਸਈਆ ਇਹ ਕਣ ਕਣ ਵਿੱਚ ਰਮੇ ਹੋਏ ਸ੍ਰਿਸ਼ਟੀ ਦੇ ਵਿੱਚ ਵਿਰਾਜਮਾਨ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਪ੍ਰਭੂ, ਧਰਤੀ ਦੇ ਮਾਲਕ, ਮੋਹਿ ਨਾ ਵਿਸਾਰੋ
ਮੈਨੂੰ ਨਾ ਭੁਲਾਈ। ਮੈਂ ਜਨ ਧੀਰਾ, ਮੈਂ ਤੇਰਾ ਦਾਸ ਹਾਂ, ਤੇਰਾ ਸੇਵਕ ਹਾਂ। ਤੇ ਸਾਹਿਬ ਸਤਿਗੁਰੂ ਦਸ ਮਹਾਰਾਜ ਬਚਨ ਕਰਦੇ ਨੇ, ਮੇਰੀ ਸੰਗਤ ਪੂਟ, ਮੇਰੀ ਜਿਹੜੀ ਸੰਗਤ ਹੈ ਉਹ ਮਾਇਆ ਦੀ ਜਿਹੜੀ ਦੂਤ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਹਾਨੀਚ ਬੇਕਾਰ ਜਿਹੜੇ ਆ ਉਹਨਾਂ ਦੇ ਨਾਲ ਹੋ ਗਈ। ਮੇਰਾ ਜਿਹੜਾ ਮਨ ਆ ਉਹ ਬੇਕਾਰਾਂ ਦੇ ਅੰਦਰ ਰਚ ਮਿਚ ਗਿਆ ਏ, ਅਤੇ ਜਿਹੜੀ ਬੇਕਾਰ ਆ ਉਹ ਮੇਰੇ ਸੁਭਾਅ ਦੇ ਵਿੱਚ ਰਚ ਗਏ ਆ। ਇਸ ਲਈ ਮੇਰੇ ਜਿਹੜੇ ਕਰਮ ਆ ਉਹ ਬੜੇ ਭੈੜੇ ਆ। ਕਰਮ ਕੋ ਢਲਤਾ ਜਨਮ ਕੋ ਭਾਂਤੀ, ਕਰਮ ਭੈੜੀ ਹੋਣ ਕਰਕੇ, ਅਪਵਿੱਤਰ ਹੋਣ ਕਰਕੇ ਪਾਤਸ਼ਾਹ ਬਚਨ ਕਰਦੇ ਨੇ, ਜਿਹੜੇ ਮੇਰੇ ਵਿਚਾਰ ਨੇ ਉਹ ਵੀ ਭੈੜੇ ਹੋ ਗਏ ਨੇ। ਜਿਸ ਸਦਕਾ ਜਿਹੜਾ ਜੀਵਨ ਹੈ ਉਹ ਵੀ ਬੇਕਾਰਾਂ ਦੇ ਵਸ ਪੈ ਕਰਕੇ ਵਿਅਰਥ ਜਾ ਰਿਹਾ ਹੈ, ਅਤ ਘਟੀਆ ਹੋ ਗਿਆ। ਇਸ ਪਾਵਨ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਦਸ ਮਹਾਰਾਜ, ਜਿਨ੍ਹਾਂ ਦੇ ਐਸੇ ਹਾਲਾਤ ਨਹੀਂ, ਪਰ ਸੰਸਾਰ ਦੇ ਹਾਲਾਤਾਂ ਨੂੰ ਦੇਖ ਕੇ ਜਦੋਂ ਮਨੁੱਖ 'ਤੇ ਅਤਿਆਚਾਰ ਕਰਦਾ ਏ, ਮਨੁੱਖ ਨੂੰ ਊਚ ਨੀਚ ਜਾਤ ਵਰਨ ਵਿੱਚ ਵੰਡ ਕੇ ਪਾਬੰਦੀਆਂ ਲਾਉਂਦਾ ਏ ਕਿ ਇਹ ਸ਼ੂਦਰ ਏ, ਇਹ ਅਤ ਨੀਤ ਏ, ਇਹ ਵਿੱਦਿਆ ਪੜ੍ਹ ਨਹੀਂ ਸਕਦਾ, ਇਹ ਪ੍ਰਭੂ ਬੰਦਗੀ ਨਹੀਂ ਕਰ ਸਕਦਾ, ਪ੍ਰਭੂ ਨੂੰ ਪ੍ਰਾਪਤ ਹੋਣਾ ਤੇ ਦੂਰ ਦੀ ਗੱਲ। ਐਸੀ ਸਥਿਤੀ ਨੂੰ ਜਦੋਂ ਸਾਹਿਬ ਸਤਿਗੁਰੂ ਦਸ ਮਹਾਰਾਜ ਤੱਕਦੇ ਨੇ ਅਤੇ ਸਾਧ ਸੰਗਤ ਹਿਰਦੇ ਦੇ ਅੰਦਰ ਪਰਮ ਪਿਤਾ ਪਰਮੇਸ਼ਰ ਦੀ ਪ੍ਰਾਪਤੀ ਲਈ ਰੂਹ ਤੜਪਦੀ ਏ, ਹਿਰਦਾ ਬਿਲਕਦਾ ਏ, ਅੰਦਰੋਂ ਤਾਂਘ ਉਪਜਦੀ ਏ ਪਰਮੇਸ਼ਰ ਦੇ ਮਿਲਣੇ ਦੀ। ਅਤੇ ਪਰਮੇਸ਼ਰ ਨੂੰ ਤੇ ਇਸ ਸੰਸਾਰ ਨੂੰ ਆਪਣਾ ਬੇਗਮ ਪਰਿਵਾਰ ਸਾਜਿਆ ਸੀ, ਪਰ ਇਹ ਮਨੁੱਖ ਹੀ ਇਸ ਸੰਸਾਰ ਨੂੰ ਉਜਾੜ ਰਿਹਾ ਏ। ਇਹ ਮਨੁੱਖ ਜਿਹੜਾ ਤੇਰਾ ਪਰਿਵਾਰ ਇਹ ਖਿਲੀ ਫੁਲਵਾੜੀ ਦੇ ਅੰਦਰ ਟਹਿਕਦਾ ਸੀ, ਅਤੇ ਇੱਕ ਫੁੱਲ ਨੇ ਆਪਣੀ ਮਹਿਕ ਵੰਡਣੀ ਸੀ, ਪਰ ਇਹ ਇੱਕ ਫੁੱਲ ਦੂਜੇ ਨੂੰ ਦੇਖ ਕੇ ਰਾਜੀ ਨਹੀਂ। ਇਹ ਕਿਹੋ ਜਿਹਾ ਵਾਤਾਵਰਨ ਹੈ। ਭਾਵ ਸਾਹਿਬ ਸਤਿਗੁਰੂ ਦਸ ਮਹਾਰਾਜ ਆਪੇ ਨੂੰ ਚੀਂਦੇ ਨਹੀਂ ਕਿ ਅਸੀਂ ਕਿੱਥੇ ਖਲੋਤੇ ਹਾਂ, ਮਨੁੱਖ ਕਿੱਥੇ ਖਲੋਤਾ ਹੈ। ਸੰਸਾਰ ਦੇ ਹਾਲਾਤਾਂ ਨੂੰ ਦੇਖ ਕੇ ਆਪਣੇ 'ਤੇ ਢੁਕਾ ਕੇ ਸਤਿਗੁਰਾਂ ਨੇ ਹਿਰਦੇ ਦੀ ਵੇਦਨਾ ਨੂੰ, ਸੰਸਾਰ ਦੇ ਦੁੱਖਾਂ ਨੂੰ, ਸੰਸਾਰ ਦੀ ਅੰਧਕਾਰ ਦੀ ਜੋ ਹਾਲਾਤਾਂ ਨੂੰ ਪ੍ਰਗਟ ਕੀਤਾ ਹੈ। ਭਾਵ ਸਾਹਿਬ ਬਚਨ ਕਰਦੇ ਨੇ ਕਿ ਪਹਿਲਾਂ ਆਪਣੇ ਆਪ ਨੂੰ ਚੀਨਣਾ ਹੀ, ਅਸੀਂ ਕਿੱਥੇ ਖਲੋਤੇ ਹਾਂ। ਉੱਥੇ ਸਾਹਿਬ ਦੇ ਬਚਨ ਹਨ, ਪ੍ਰਥਮੈ ਮਨ ਪ੍ਰਬੁੱਧੈ ਆਪਣਾ, ਪਾਤਸ਼ਾਹ ਅਵਰ ਰੀਝਾਵੈ। ਪ੍ਰਥਮੈ ਆਪਣੇ ਮਨ ਨੂੰ, ਸਭ ਤੋਂ ਪਹਿਲਾਂ ਆਪਣੇ ਮਨ ਨੂੰ ਵਿਚਾਰ ਕਰੀਏ ਕਿ ਅਸੀਂ ਕਿੱਥੇ ਖਲੋਤੇ ਹਾਂ, ਫਿਰ ਦੂਸਰੇ ਦੀ ਗੱਲ ਕਰੀਏ। ਪਰ ਜਿਹੜੇ ਦੂਸਰੇ 'ਤੇ ਪਾਬੰਦੀਆਂ ਲਾਉਂਦੇ ਨੇ, ਪਰ ਉਹਨਾਂ ਦਾ ਆਪਣਾ ਮਨ 'ਤੇ ਟਿਕਾ ਵਿੱਚ ਨਹੀਂ, ਆਪ ਤੇ ਘੋਰ ਅੰਧਕਾਰ ਵਿੱਚ ਗਰਸੇ ਗਏ ਨੇ। ਦੂਸਰੇ ਨੂੰ ਕਹਿੰਦੇ ਨੇ ਕਿ ਤੁਸੀਂ ਸ਼ੂਦਰ ਹੋ, ਤੁਸੀਂ ਜਪ ਨਹੀਂ ਸਕਦੇ, ਪ੍ਰਭੂ ਪ੍ਰਾਪਤੀ ਕਰ ਨਹੀਂ ਸਕਦੇ। ਇਸ ਲਈ ਸਾਹਿਬ ਉਹਨਾਂ ਹਾਲਾਤਾਂ ਦੇ ਅੰਦਰ ਆਪਣੇ 'ਤੇ ਢੁਕਾ ਕੇ ਵਚਨ ਕਰਦੇ ਨੇ। ਉੱਥੇ ਸਾਹਿਬ ਵਚਨ ਕਰਦੇ ਨੇ, ਪਰਨਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਪੁਰਸ਼ ਦੀ ਆਪਣੀ ਅਵਸਥਾ ਕੈਸੀ ਹੋਣੀ ਚਾਹੀਦੀ ਜਿਹੜਾ ਦੂਸਰੇ ਨੂੰ ਗਿਆਨ ਵੰਡਦਾ ਏ। ਸਾਹਿਬ ਪ੍ਰਮਾਣ ਦਿੰਦੇ ਨੇ, ਪਰਨਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਈ। ਪਹਿਲਾਂ ਆਪਣੇ ਆਪ ਨੂੰ ਪਛਾਣੇ, ਅਸੀਂ ਕਿੱਥੇ ਖਲੋਤੇ ਹਾਂ, ਅਸੀਂ ਕੀ ਕਰਦੇ ਹਾਂ, ਕੀ ਕਰਨਾ ਚਾਹੀਦਾ ਸੀ ਅਤੇ ਕੀ ਕਰ ਬੈਠੇ। ਗੁਰ ਪ੍ਰਸਾਦ ਕਰੀ ਵਿਚਾਰ, ਸੋ ਗਿਆਨੀ ਦਰਗਾਹ ਪਰਵਾਨ। ਗੁਰੂ ਦੀ ਕਿਰਪਾ ਹੋ ਜਾਏ ਅਤੇ ਆਪਣੀ ਵਿਚਾਰਾਂ ਨੂੰ ਪਰਖੇ ਕਿ ਸਾਡੀ ਵਿਚਾਰ ਕਿੱਥੇ ਖੋਤੀ, ਅਸੀਂ ਸ਼ੁਭ ਵਿਚਾਰ ਰੱਖਦੇ ਹਾਂ, ਅਤੇ ਪਰਮੇਸ਼ਰ ਦੀ ਗਿਆਨ ਨੂੰ, ਵਿਚਾਰ ਨੂੰ ਹਿਰਦੇ ਵਿੱਚ ਵਸਾ ਲਏ। ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ। ਉਹ ਗਿਆਨੀ ਪ੍ਰਵਾਨ ਹੈ, ਉਹਦੀ ਗੱਲ 'ਤੇ ਜੱਚਦੀ ਹੈ, ਪਰ ਜਿਹੜਾ ਆਪ ਹੀ ਆਪਣੇ ਨੂੰ ਚੀਨਿਆ ਨਹੀਂ, ਆਪਣੇ ਹਾਲਾਤ ਠੀਕ ਨਹੀਂ, ਅਤੇ ਦੂਜੇ ਨੂੰ ਆਪ ਕੁਚੱਜੀ ਲੋਕਾਂ ਮੱਤੀ, ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਹਿਰਦੀ ਕਪਟ ਮੁਖ ਗਿਆਨੀ। ਹਿਰਦੇ ਦੇ ਅੰਦਰ ਕਪਟ ਆ ਅਤੇ ਮੁਖ ਤੋਂ ਗਿਆਨ ਵੰਡ ਰਹੇ ਆ, ਦੂਸਰਿਆਂ ਨੂੰ ਗਿਆਨੀ ਬਣ ਕੇ ਦੱਸ ਰਹੇ। ਹਿਰਦੀ ਕਪਟ ਮੁਖ ਗਿਆਨੀ, ਝੂਠੇ ਕਾਂ ਬਿਲੂ ਵਸਵਾਣੀ।
ਇਹ ਝੂਠ ਦੀ ਗੱਲ ਬਹੁਤਾ ਚਿਰ ਨਹੀਂ ਚੱਲਣੀ। ਉਸ ਝੂਠ ਨੂੰ ਪ੍ਰਗਟ ਕਰਨ ਲਈ ਸਾਹਿਬ ਸਤਿਗੁਰੂ ਦਾਸ ਮਹਾਰਾਜ ਆਪ ਉਸ ਜਗ੍ਹਾ ਖੜ੍ਹ ਜਾਂਦੇ ਨੇ ਅਤੇ ਭਾਵ ਦੂਸਰੇ ਨੂੰ ਦੱਸਣਾ ਹੈ ਕਿ ਆਪਣੇ ਨੂੰ ਕਿਵੇਂ ਪਰਖਣਾ ਹੈ, ਅਤੇ ਆਪਣੇ ਆਪ ਨੂੰ ਪਰਖ ਕੇ ਸਾਹਿਬ ਸੰਬੋਧਨ ਕਰਦੇ ਨੇ। ਮੇਰੀ ਸੰਗਤ, ਮੇਰੀ ਜਿਹੜੀ ਸੰਗਤ ਆ ਮਾਇਆ ਦੀ, ਜਿਹੜੀ ਪੰਜ ਦੂਤ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਨੇ, ਮਹਾਨੀਚ ਬੇਕਾਰ ਨੇ, ਉਹਨਾਂ ਦੇ ਨਾਲ ਹੋ ਗਈ ਹੈ। ਮੇਰਾ ਮਨ ਜਿਹੜਾ ਹੈ ਉਹਨਾਂ ਦੇ ਵਿੱਚ ਰਚ ਗਿਆ ਹੈ। ਜਿਹੜੇ ਬੇਕਾਰ ਆ ਮੇਰੇ ਸੁਭਾਅ ਦੇ ਵਿੱਚ ਰਸ ਲਗਾ, ਇਸ ਲਈ ਮੇਰੇ ਕਰਮ ਜਿਹੜੇ ਆ ਉਹ ਚੰਗੇ ਨਹੀਂ। ਕਰਮ ਕੁਟਲਤਾ ਜਨਮ ਕੋ ਭਾਂਤੀ, ਇਸ ਲਈ ਮੇਰੇ ਵਿਚਾਰ ਵੀ ਭੈੜੇ ਆ, ਵਿਕਾਰ ਵੀ ਖੋਟੇ ਆ। ਅਤੇ ਜਿਹੜਾ ਜਨਮ ਆ ਅਮੋਲਕ ਸਵਾਸ ਸੀ, ਜਿਹੜੀ ਪਰਮੇਸ਼ਰ ਆਪਣੀ ਤੇ ਮੁਕਲੁਕਤਾ ਦੀ ਭਲਾਈ ਤਰੱਕੀ ਲਈ ਮਿਲੇ ਸਨ, ਉਹ ਵਿਅਰਥ ਹੀ ਜਾ ਰਹੇ ਆ। ਪਾਤਸ਼ਾਹ ਕਹਿੰਦੇ ਦੁਰਲੱਭ ਜਨਮ ਪੁੰਨ ਪਲ ਪਾਇਓ। ਮਨੁੱਖਾ ਜਨਮ ਮਿਲਿਆ ਸੀ ਪੁੰਨ ਕਰਮ, ਸ਼ੁਭ ਕਰਮ ਕਮਾਉਣ ਲਈ, ਪਰ ਬਿਰਥਾ ਜਾਤ ਅਬ ਵੀ ਕਹਿ, ਵਿਕਾਰਾਂ ਵਿੱਚ ਫਸਣ ਕਰਕੇ ਅਗਿਆਨਤਾ ਵਸ, ਅਗਿਆਨਤਾ ਕਰਕੇ ਗਰਸੇ ਗਏ ਹਾਂ। ਅਤੇ ਜਿਹੜਾ ਸਵਾਸ ਆ ਅਮੋਲਕ ਮਨੁੱਖਾ ਜਨਮ ਵਿਅਰਥ ਜਾ ਰਿਹਾ। ਦੁੱਖ ਹੈ, ਤਕਲੀਫ ਹੈ ਕਿ ਇਹ ਜਿਹੜਾ ਮਨੁੱਖ ਪਰਮੇਸ਼ਰ ਇਹ ਤੈਨੂੰ ਮਿਲਣ ਲਈ ਅੰਦਰ ਤਾਂ ਗਿਆ, ਤੜਪਿਆ, ਆਤਮਾ ਬਿਲਕਦੀ ਆ। ਇਸ ਲਈ ਸਾਹਿਬ ਬਚਨ ਕਰਦੇ ਨੇ ਪਰਮੇਸ਼ਰ ਇਹ ਸੰਸਾਰ ਦੇ ਹਾਲਾਤ ਨਹੀਂ, ਪਰ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ। ਰਾਮ ਗੁਸਈਆਂ, ਕਣ ਕਣ ਵਿੱਚ ਰਮੀ ਹੋਈ ਪਰਮ ਪਿਤਾ ਪਰਮੇਸ਼ਰ, ਧਰਤੀ ਦਿਆ ਮਾਲਕਾ, ਮੇਰੇ ਜਿੰਦ ਦਿਆ ਆਸਰੇ ਦੇਣ ਵਾਲੇ ਆ, ਜੀਵਨ ਦੇਣ ਵਾਲੇ ਆ ਪਰਮਾਤਮਾ, ਮੋਹੇ ਨਾ ਬੇਸਾਰੂ ਮੈਂ ਜਨ ਤੀਰਾ। ਮੈਨੂੰ ਨਾ ਭੁਲਾ, ਮੈਨੂੰ ਭੁੱਲਣਾ ਨਹੀਂ, ਮੈਨੂੰ ਵਿਸਾਰਿਓ ਨਾ। ਮੈਂ ਜਨ, ਮੈਂ ਤੇਰਾ ਦਾਸ ਹਾਂ, ਤੇਰਾ ਸੇਵਕ ਹਾਂ, ਮੈਂ ਜਨ ਤੀਰਾ ਰਹਾਉ। ਅੱਗੇ ਸਾਹਿਬ ਬਚਨ ਕਰਦੇ ਨੇ ਮੇਰੀ ਹਰ ਉਹ ਵਿਪਤ, ਮੈਨੂੰ ਚਿੰਤਾ ਹੈ ਕਿ ਜਿਹੜੇ ਮਹਾਂਵਿਕਾਰ ਅਤ ਨੀਚ ਆ, ਇਹਨਾਂ ਤੋਂ ਤੇਰੀ ਕਿਰਪਾ ਤੋਂ ਬਿਨਾਂ, ਤੇਰੀ ਮਿਹਰ ਤੋਂ ਬਿਨਾਂ ਬਚਾ ਨਹੀਂ ਹੋ ਸਕਦਾ। ਬੜਾ ਔਖਾ ਇਹਨਾਂ ਤੋਂ ਬਚਣਾ। ਮੇਰੀ ਹਰ ਉਹ ਵਿਪਤ, ਮੇਰੀ ਜਿਹੜੀ ਇਹ ਚਿੰਤਾ ਆ ਵਿਕਾਰਾਂ ਤੋਂ ਬਚਣ ਦੀ, ਇਹ ਤੁਸੀਂ ਦੂਰ ਕਰੋ। ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਕਰਕੇ ਮੁਕਤ ਪਦ, ਪਰਮ ਆਨੰਦ ਬਖਸ਼ ਕੇ। ਪਰ ਮੇਰੀ ਹਰੂ ਵਿਪਤ ਜਨ ਕਰੂ ਸੁਭਾਈ, ਆਪਣੇ ਦੇਸ਼ ਨੂੰ, ਦਾਸ ਨੂੰ ਸੁਭਾਗ ਬਖਸ਼ੇ ਕਰੋ, ਆਪਣੇ ਦਰਸ਼ਨ ਦੇ ਕੇ ਨਿਹਾਲ ਕਰੋ। ਇਸ ਲਈ ਪਾਤਸ਼ਾਹ ਵਚਨ ਕਰਦੇ ਨੇ ਮੇਰੀ ਹਰੂ ਵਿਪਤ ਜਨ ਕਰੂ। ਮੇਰੀ ਇਹ ਵਿਪਤਾ ਜਿਹੜੀ ਚਿੰਤਾ ਆ, ਭਾਵ ਜੀ ਮਹਾ ਨੀਚ ਪੰਡ ਵਿਕਾਰ ਆ, ਇਹਨਾਂ ਤੋਂ ਮੁਕਤ ਕਰਕੇ ਪਰਮ ਆਨੰਦ ਆਪਣੇ ਦਰਸ਼ਨ ਦੇ ਕੇ ਸੁਭਾਗ ਬਖਸ਼ੋ, ਮੇਰੇ ਭਾਗ ਜਗਾ ਦੇ। ਮੇਰੀ ਹਰੂ ਵਿਪਤ ਜਨ ਕਰੂ ਸੁਭਾਈ, ਚਰਨ ਨਾ ਛਾਡੋਂ ਸਰੀਰ ਕਲ ਜਾਈ। ਇਹ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ, ਜਿੰਨੀ ਦੇਰ ਤੁਸੀਂ ਆਪਣੇ ਦਰਸ਼ਨ ਦੇ ਕੇ ਮੈਨੂੰ ਵਿਕਾਰਾਂ ਤੋਂ ਮੁਕਤ ਕਰਕੇ ਪਰਮ ਆਨੰਦ ਨਹੀਂ ਬਖਸ਼ਦੇ, ਉਨੀ ਦੇਰ ਮੈਂ ਤੁਹਾਡਾ ਸਿਮਰਨ ਨਹੀਂ ਛੱਡਾਂਗਾ, ਤੁਹਾਡੇ ਚਰਨ ਨਹੀਂ ਛੱਡਾਂਗਾ। ਭਾਵ ਸਵਾਸ ਸਵਾਸ ਜਪਾਂਗਾ ਸਤਨਾਮ ਸਤਨਾਮ। ਸਿਮਰਨ ਕਰਦਿਆਂ ਭਾਵੇਂ ਮੇਰਾ ਤਨ ਵੀ ਕਿਉਂ ਨਾ ਨਾਸ਼ ਹੋ ਜਾਏ, ਚਰਨ ਨਾ ਛਾਡੋਂ ਸਰੀਰ ਕਲ ਜਾਈ। ਸਾਹਿਬ ਤੇ ਬਚਨ ਕਰਦੇ ਨੇ ਕਹਾਂ ਪਇਓ ਜੋ ਤਨ ਪਇਓ ਛਿਨ ਛਿਨ। ਇਹ ਪਰਮ ਪਿਤਾ ਪਰਮੇਸ਼ਰ, ਮੈਨੂੰ ਉਦੋਂ ਡਰ ਨਹੀਂ ਲੱਗਦਾ ਜਦੋਂ ਤਨ ਮੇਰਾ ਖੀਣ ਹੋ ਜਾਂਦਾ ਹੈ, ਤਨ ਟੁਕੜੇ ਟੁਕੜੇ ਹੋ ਜਾਏ, ਭਾਵ ਬਲਹੀਣ ਹੋ ਜਾਏ, ਕੋਈ ਫਿਕਰ ਨਹੀਂ ਹੈ, ਕੋਈ ਦਰਦ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਤਕਲੀਫ ਨਹੀਂ ਹੈ। ਪ੍ਰੇਮ ਅੰਜਾਈ ਤੋਂ ਡਰ ਪੈ ਤੇਰੂ ਜਨ। ਜਦੋਂ ਮੈਨੂੰ ਤੇਰਾ ਪ੍ਰੇਮ ਭਰਿਆ ਆਸ਼ੀਰਵਾਦ, ਤੇਰੇ ਦਰਸ਼ਨ ਨਹੀਂ ਹੁੰਦੇ, ਉਦੋਂ ਫਿਰ ਮੈਨੂੰ ਡਰ ਲੱਗਦਾ ਹੈ। ਤਨ ਨਾਸ਼ ਹੁੰਦਿਆਂ ਡਰ ਨਹੀਂ, ਪਰ ਜਦੋਂ ਤੇਰਾ ਦੀਦਾਰ ਨਹੀਂ ਹੁੰਦਾ ਉਦੋਂ ਮੈਨੂੰ ਡਰ ਲੱਗਦਾ, ਉਸ ਗੱਲ ਤੋਂ ਡਰ। ਇਸ ਲਈ ਮੇਰੀ ਹਰੂ ਵਿਪਤ ਜਨ ਕਰੂ ਸੁਭਾਈ, ਚਰਨ ਨਾ ਛਾਡੋਂ ਸਰੀਰ ਕਲ ਜਾਈ। ਮੈਂ ਤੁਹਾਡੇ ਚਰਨ ਨਹੀਂ ਛੱਡਾਂਗਾ, ਭਾਵ ਤੁਹਾਡਾ ਸਿਮਰਨ, ਤੁਹਾਡੀ ਸੇਵਾ ਨਹੀਂ ਛੱਡਾਂਗਾ। ਜੈ ਡੈਂਡਾਉ ਤਾਂ ਤੇਰੀ ਸੇਵਾ। ਮੈਨੂੰ ਜਿੱਥੇ ਵੀ ਤੁਸੀਂ ਰੱਖੋਗੇ, ਜਿਸ ਹਾਲਾਤ ਵਿੱਚ ਵੀ ਰੱਖੋਗੇ, ਮੈਂ ਤੁਹਾਨੂੰ ਆਰਾਧਦਾ ਰਹਾਂਗਾ, ਜਪਦਾ ਰਹਾਂਗਾ। ਜੈ ਡੈਂਡਾਉ ਤਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੀਵਾ। ਕਿਉਂਕਿ ਤੇਰੇ ਵਰਗਾ ਰੱਬ ਅਤੇ ਤੇਰੇ ਵਰਗਾ ਭਗਵਾਨ ਇਸ ਧਰਤੀ 'ਤੇ ਕੋਈ ਨਹੀਂ। ਕਿਉਂ ਇਸ ਧਰਤੀ 'ਤੇ ਦੁਨੀਆ ਪਰਛਾਵੇਂ ਤੋਂ ਭਰੀ ਆ, ਪਰੇ ਭੱਜਦੀ ਆ ਅਤੇ ਦੇਖ ਕੇ ਮਖੌਲ ਕਰਦੀ ਆ। ਇਸ ਲਈ ਪਾਤਸ਼ਾਹ ਵਚਨ ਕਰਦੇ ਨੇ ਮੇਰੀ ਹਰੂ ਵਿਪਤ ਜਨ ਕਰੂ ਸੁਭਾਈ, ਚਰਨ ਨਾ ਛਾਡੋਂ ਸਰੀਰ ਕਲ ਜਾਈ।
ਚਰਨ ਨਾ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰਹੋਂ ਤੇਰੀ ਸੰਭਾ। ਸਾਹਿਬ ਸਤਿਗੁਰੂ ਦਾਸ ਮਹਾਰਾਜ ਫਰਮਾਉਂਦੇ ਹਨ, ਹੀ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਮੈਂ ਤੇਰੀ ਸ਼ਰਨ ਗ੍ਰਹਿਣ ਲੱਗ ਗਈ ਕਰ ਲਈ ਹੈ। ਕਹਿ ਰਵਿਦਾਸ ਪਰਹੋਂ ਤੇਰੀ ਸੰਭਾ, ਬੀਗ ਮਿਲੂ ਜਨ ਕਰਨਾ ਬਿਲੰਗਾ, ਬੀਗ ਮਿਲੂ ਜਨ ਕਰਨਾ ਬਿਲੰਬਾ। ਹੁਣ ਦੇਰੀ ਨਾ ਕਰੋ, ਸ਼ੀਘਰ ਤੋਂ ਸ਼ੀਘਰ, ਜਲਦੀ ਤੋਂ ਜਲਦੀ ਆਪਣੇ ਦਰਸ਼ਨ ਦੇ ਕੇ ਮੈਨੂੰ ਆਪਣਾ ਮਿਲਾਪ ਬਖਸ਼ ਕਰੋ। ਹਿਰਦੇ ਦੇ ਅੰਦਰ ਬਿਲਕਦੀ ਆਤਮਾ ਤੜਪਦੀ, ਅਤੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਦੀ ਪਰਮੇਸ਼ਰ ਦੇ ਮਿਲਾਪ ਦੀ ਤੜਪ ਪੈਦਾ ਹੋ ਜਾਂਦੀ ਹੈ, ਉੱਥੇ ਤੇ ਸਾਹਿਬ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਸਾਧ ਸੰਗਤ ਦੀ ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ। ਜਿੰਨੀ ਚਿਰ ਜੀਵ ਆਤਮਾ ਜਿੰਦ ਸਰੀਰ ਦੇ ਨਾਲ ਆ, ਉਨਾ ਚਿਰ ਸਰੀਰ ਵੀ ਸੋਹਣਾ ਲੱਗਦਾ ਹੈ, ਟਰੈਕਦਾ ਹੈ। ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾ। ਜਦੋਂ ਵਿੱਚੋਂ ਜੀਵ ਰੂਪੀ ਆਤਮਾ ਜਿੰਦ ਨਿਕਲ ਜਾਂਦੀ, ਸਾਥੀ ਸਰੀਰ ਦਾ ਛੱਡ ਜਾਂਦਾ ਹੈ ਸਾਥ, ਫਿਰ ਇਹ ਜਿਹੜਾ ਸਰੀਰ ਆ ਮਿੱਟੀ ਦੀ ਟੋਰੀ ਹੋ ਜਾਂਦੀ। ਤਾਂ ਤਨਖਾ ਕੂਰਾ ਮਨ ਬੈਰਾਗ ਪਿਆ, ਦਰਸ਼ਨ ਦੀ ਕਣੀ ਕਚਾਊ। ਹਿਰਦੇ ਦੇ ਅੰਦਰ ਬੈਰਾਗ ਆ ਪਰਮੇਸ਼ਰ ਤੇਰੇ ਮਿਲਣ ਦੀ, ਤਾਂ ਗਿਆ ਆਤਮਾ ਤੜਪਦੀ ਬਿਲਕਦੀ, ਕਿਉਂਕਿ ਤੇਰੇ ਦਰਸ਼ਨ ਕਰਨ ਲਈ ਸਰੀਰ ਮਿਲਿਆ ਸੀ, ਤੇਰੇ ਮਿਲਾਪ ਨਹੀਂ ਹੋਇਆ, ਫਿਰ ਕਿਵੇਂ ਟਿਕਾ। ਮਨ ਬੈਰਾਗ ਪਿਆ, ਦਰਸ਼ਨ ਦੀ ਕਣੀ ਕਚਾਊ। ਹਿਰਦੇ ਅੰਦਰ ਚਾਹ ਆ ਪਰਮੇਸ਼ਰ, ਉਤਸ਼ਾਹ ਆ, ਕਿਵੇਂ ਨਾ ਕਿਵੇਂ ਤੇਰਾ ਮਿਲਾਪ, ਤੇਰਾ ਦਰਸ਼ਨ ਹੋ ਜਾਣ। ਤੇ ਸਾਹਿਬ ਦੇ ਬਚਨ ਨੇ, ਧੰਨ ਸੂਤੀ ਰਾ ਥਾਨ, ਧੰਨ ਸੂਤੀ ਰਾ ਥਾਨ। ਉਹ ਥਾਨ ਧੰਤਾ ਜੋਗ ਹੈ ਜਿੱਥੇ ਪਰਮੇਸ਼ਰ ਤੂੰ ਆਪ ਵਸਦਾ ਹੈ, ਆਪ ਮਿਹਰਾਂ ਬਰਸਾ ਦਿੰਦਾ ਹੈ। ਇਹ ਸਰੀਰ ਦੇ ਅੰਦਰ ਤੂੰ ਆਪ ਪ੍ਰਗਟ ਹੋ ਕੇ ਨਿਹਾਲ ਕਰ ਦਿੰਦਾ ਹੈ, ਉਹ ਕਿੰਨੇ ਕੁ ਭਾਗਾਂ ਵਾਲੇ ਹੋਣਗੇ। ਇਸ ਲਈ ਜਿਚਰ ਵਸਿਆ ਕੰਤ ਘਰ ਜੀਉ, ਜੀਉ ਸਭ ਕਹਾ। ਜਿੰਨੀ ਦੇਰ ਜੀਵ ਆਤਮਾ ਦੇ ਰੂਪ ਅੰਦਰ ਪਰਮੇਸ਼ਰ ਤੂੰ ਸਰੀਰ ਰੂਪੀ ਘਰ ਵਿੱਚ ਵਸਦਾ ਹੈ, ਜੀਉ ਜੀਉ ਸਭ ਕਾ। ਸਾਰੇ ਜੀ ਆਇਆ ਕਹਿੰਦੇ ਨੇ, ਜੀ ਆਇਆਂ ਨੂੰ ਕਹਿੰਦੇ ਨੇ। ਜਿਚਰ ਵਸਿਆ ਕੰਤ ਕਰ ਜੀਉ, ਜੀਉ ਸਭ ਕਹਾ। ਜਾਂ ਉੱਠੀ ਚਲਸੀ ਕੰਤੜਾ, ਤੇਰੀ ਕੋਈ ਨਾ ਪੁੱਛੈ ਬਾ। ਜਦੋਂ ਅੰਤਰੋਂ ਆਤਮਾ ਰੂਪੀ ਕੰਤ ਪਰਮੇਸ਼ਰ ਪਤੀ ਨਿਕਲ ਜਾਂਦਾ ਏ, ਫਿਰ ਕੋਈ ਨਹੀਂ ਬਾਤ ਪੁੱਛਦਾ, ਫਿਰ ਤਾਂ ਕਾਢੋ ਕਾਢੋ ਹੋਈ ਚੱਕਲਾ ਚੱਕਲਾ ਹੋ ਜਾਂਦੀ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਜਿਚਰ ਵਸਿਆ ਕੰਤ ਕਰ ਜੀਉ, ਜੀਉ ਸਭ ਕਹਾ। ਜਾਂ ਉੱਠੀ ਚਲਸੀ ਕੰਤੜਾ, ਤੇਰੀ ਕੋਈ ਨਾ ਪੁੱਛੈ ਬਾਤ। ਸਭਨਾ ਸੌਰੀ ਬੰਜਣਾ, ਸਭ ਮੁਕ ਲਾਵਣਾ। ਇਹ ਸੰਸਾਰ ਰੂਪੀ ਪੀ ਕੇ ਘਰ ਤੋਂ ਪਰਲੋਕ ਪਰਮੇਸ਼ਰ ਦੇ ਚਰਨਾਂ ਦੇ ਅੰਦਰ ਸਾਰਿਆਂ ਨੇ ਸੌਰੇ ਕਰ ਜਾਣਾ। ਸਭਨਾ ਸੌਰੀ ਬੰਜਣਾ, ਸਭ ਮੁਕ ਲਾਵਣਾ ਹਾਰ। ਨਾਨਕ ਧਨ ਸੁਹਾਗਣੀ, ਦਿਨ ਸਹਿ ਨਾਲ ਪਿਆਰ। ਉਹ ਜੀਵ ਰੂਪੀ ਇਸਤਰੀ ਧਨਤਾ ਯੋਗ ਹੁੰਦੀ ਹੈ, ਪੂਜਣ ਯੋਗ ਹੁੰਦੀ ਹੈ, ਸਤਿਕਾਰ ਯੋਗ ਹੁੰਦੀ ਹੈ, ਜਿਹਦਾ ਪ੍ਰਤੀ ਖੁਸ਼ ਹੋਵੇ ਅਤੇ ਆਪਣੇ ਸੇਜਾ 'ਤੇ ਮਿਹਰਾਂ ਦਾ ਮੀਂਹ ਬਰਸਾਵੇ, ਖੁਸ਼ੀਆਂ ਸਾਂਝੀਆਂ ਕਰੇ। ਅਤੇ ਪਾਤਸ਼ਾਹ ਕਹਿੰਦੇ, ਨਾਨਕ ਧਨ ਸੁਹਾਗਣੀ, ਦਿਨ ਸਹਿ ਨਾਲ ਪਿਆਰ। ਉਹ ਸੁਹਾਗਣਾ ਧਨਤਾ ਯੋਗ ਨੇ ਜਿਹੜੇ ਆਪਣੇ ਪਤੀ ਪਰਮੇਸ਼ਰ ਭਾਵ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕਰ ਲੈਂਦੇ। ਸਭਨਾ ਸੌਰੀ ਬੰਜਣਾ, ਸਭ ਮੁਕ ਲਾਵਣਾ ਹਾਰ। ਇੱਕ ਨਾ ਇੱਕ ਦਿਨ ਆਪਣੀ ਸਵਾਸਾਂ ਰੂਪੀ ਪੂੰਜੀ ਕਰਕੇ ਸਭਨਾਂ ਨੇ ਸੰਸਾਰ ਰੂਪੀ ਪੇਕੇ ਘਰ ਤੋਂ ਪਰਲੋਕ ਸਹੁਰੇ ਘਰ ਜਾਣਾ ਹੈ, ਪਰਮੇਸ਼ਰ ਪਤੀ ਦੀ ਚਰਨਾਂ ਵਿੱਚ ਜਾਣਾ ਹੈ। ਸਭਨਾ ਸੌਰੀ ਬੰਜਣਾ, ਸਭ ਮੁਕ ਲਾਵਣਾ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆ। ਉਹਨਾਂ ਜੀਵ ਰੂਪੀ ਸੁਹਾਗਣ ਗੁਰਮੁਖ ਗੁਰਸਿੱਖ ਸਖੀਆਂ ਸੁਹਾਗਣਾ ਧਨਤਾ ਯੋਗ ਨੇ, ਜਿਨ੍ਹਾਂ ਦਾ ਆਪਣੇ ਪਰਮੇਸ਼ਰ ਦੇ ਨਾਲ ਪਤੀ ਨਾਲ ਪ੍ਰੇਮ ਬਣ ਗਿਆ। ਇੱਥੇ ਹੀ ਵਸ ਨਹੀਂ। ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੋ ਮਹਾਤਮਾ ਸਤਪੁਰਸ਼ ਸੰਤ ਜਨ, ਇੱਕ ਸੰਤ ਜਨ ਪਰਮੇਸ਼ਰ ਪ੍ਰਭੂ ਦੇ ਨਾਲ ਮਿਲ ਚੁੱਕੇ ਨੇ, ਜਿਹੜੇ ਨਿਤ ਦਿਨ ਪਰਮੇਸ਼ਰ ਦਾ ਦਰਸ਼ਨ ਕਰਦੇ ਨੇ। ਅਤੇ ਸਾਧ ਸੰਗਤ ਜੀ ਇੱਕ ਗੁਰੂ ਪਿਆਰੇ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੀ ਪਰ ਅੰਦਰ ਤੜਪਦੀ ਏ ਆਤਮਾ, ਅਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨਾਲ ਪ੍ਰੇਮ ਬਣ ਜਾਂਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਸਰੀਰ ਅਰਾਧੈ ਮੋਕੂ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੂ। ਪਰਮੇਸ਼ਰ ਸਚਿਆਰ ਪੁਰਸ਼ਾਂ ਦੇ ਨਾਲ ਮੈਨੂੰ ਮਿਲਾਪ ਬਖਸ਼ੀ, ਉਹਨਾਂ ਦਾ ਆਸ਼ੀਰਵਾਦ ਬਖਸ਼ੀ, ਅਤੇ ਜਿਹੜਾ ਮੈਨੂੰ ਗਿਆਨ ਕਰਾ ਦੇਣ ਕਿ ਇੱਕ ਤੋਂ ਅਨੇਕਾਂ ਨੂੰ ਧਾਰ ਕੇ ਤੂੰ ਹੀ ਸਾਰੀ ਸ੍ਰਿਸ਼ਟੀ ਦੇ ਅੰਦਰ ਬਿਰਾਜਮਾਨ। ਅਤੇ ਸਾਧ ਸੰਗਤ ਜਿਹੜੇ ਮਿਲੇ ਹੋਏ ਮਹਾਂਪੁਰਸ਼ ਆ ਨਾ, ਸਤਪੁਰਸ਼, ਉਹਨਾਂ ਦੇ ਚਰਨਾਂ ਦੇ ਵਿੱਚ ਜਿਹਦੇ ਹਿਰਦੇ ਦੇ ਅੰਦਰ ਤਾਂ ਗਿਆ, ਉਹ ਸਾਧੂ ਜਨ ਬੇਨਤੀ ਕਰਦੇ ਆ,
ਸਾਹਿਬ ਨੇ ਆਪਣੇ ਬਚਨਾਂ ਅੰਦਰ ਬਚਨ ਲਿਖੇ ਨੇ, ਕਹਿੰਦੇ ਨੇ ਲਾਲਨਾ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਦੇ ਮਤੀਰੀ। ਸਤਿਪੁਰਸ਼ੋ, ਐ ਮੇਰੀ ਇਹ ਭੈਣੇ ਸਖੀ, ਤੂੰ ਕਿਵੇਂ ਪਰਮੇਸ਼ਰ ਨੂੰ ਖੁਸ਼ ਕਰ ਲਿਆ ਏ, ਕਿਵੇਂ ਪਰਮੇਸ਼ਰ ਦੇ ਦਰਸ਼ਨ ਕਰ ਲਏ ਨੇ, ਕਿਵੇਂ ਪ੍ਰਾਪਤੀ ਕੀਤੀ ਏ। ਲਾਲਨ ਰਾਵਿਆ ਕਵਨ ਗਤੀਰੀ, ਪਰਮ ਪਿਤਾ ਪਰਮੇਸ਼ਰ ਲਾਲਨ ਜੋ ਸਾਰੇ ਪਰਮੇਸ਼ਰ ਕਣ ਕਣ ਵਿੱਚ ਰਮਿਆ ਹੋਇਆ ਏ। ਲਾਲ ਰੰਗ ਜਾਕੂ ਲੱਗਾ ਤਿਸਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗੈ ਦਾਗਾ। ਨੈ ਮੈਲਾ ਨਾ ਧੁੰਦਲਾ ਨਾ ਭਗਮਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੀ ਰੱਤਾ ਸਤ। ਉਹ ਪਰਮ ਪਿਤਾ ਪਰਮੇਸ਼ਰ ਪਿਆਰਾ ਤੈਂ ਕਿਵੇਂ ਖੁਸ਼ ਕਰ ਲਿਆ, ਕਿਵੇਂ ਉਹਨੂੰ ਪ੍ਰਾਪਤ ਕਰ ਲਿਆ। ਲਾਲਨ ਰਾਵਿਆ ਕਵਨ ਗਤਰੀ, ਕਿਵੇਂ ਖੁਸ਼ ਕਰ ਲਿਆ, ਕਿਵੇਂ ਉਹਦਾ ਆਸ਼ੀਰਵਾਦ, ਕਿਵੇਂ ਉਹਦੀ ਪ੍ਰਾਪਤੀ ਕੀਤੀ ਹੈ। ਸਖੀ ਬਤਾਵੋ ਮੁਝੇ ਮਤੀਰੀ, ਸਖੀਏ ਮੈਨੂੰ ਵੀ ਦੱਸ ਉਹ ਕਿਹੜਾ ਢੰਗ ਆ, ਉਹ ਕਿਹੜੀ ਮਰਜ਼ਾਦਾ, ਉਹ ਕਿਹੜਾ ਤਰੀਕਾ ਏ। ਸਖੀ ਬਤਾਵੋ ਮੁਝੇ ਮਤੀਰੀ, ਆਪਣੇ ਪ੍ਰੀਤਮ ਕੈ ਰੰਗ ਰਤੀਰੀ, ਆਪਣੇ ਮਾਲਕ ਦੇ ਰੰਗ ਵਿੱਚ ਖੁਸ਼ੀਆਂ ਮੰਨਣ ਵਾਲੀਏ ਮੈਨੂੰ ਵੀ ਦੱਸ ਦੇ ਤੂੰ ਕਿਵੇਂ ਪਰਮੇਸ਼ਰ ਨੂੰ ਖੁਸ਼ ਕਰ ਲੈਂਦੀ ਹੈ, ਕਿਵੇਂ ਤੈਨੂੰ ਪਰਮੇਸ਼ਰ ਰਹਿਮਤਾਂ ਬਣਦਾ ਏ, ਕਿਵੇਂ ਤੇਰੇ ਤੇ ਮਿਹਰਾਂ ਦਾ ਮੀਂਹ ਬਰਸਾਉਂਦਾ ਏ, ਇਹ ਕਿਵੇਂ ਪ੍ਰਾਪਤ ਹੁੰਦਾ ਏ। ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਰੰਗ ਰਤੀ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਪਰਮੇਸ਼ਰ ਦੇ ਰੰਗ ਵਿੱਚ ਰੰਗੀਏ। ਸਖੀ ਬਤਾਵੋ ਮੁਝੇ ਮਤੀਰੀ, ਮੈਨੂੰ ਵੀ ਉਹ ਮੱਤ ਦੇ ਦੇ, ਉਹ ਗੱਲ ਦੱਸ ਦੇ, ਗੁੱਝਾ ਭੇਦ, ਉਹ ਢੰਗ ਤਰੀਕਾ ਦੱਸ ਦੇ। ਪਾਪ ਮਲੋਵੋਂ ਸੰਗ ਨੈਣ ਭਤੀਰੀ, ਐ ਸਖੀਏ ਮੈਂ ਤੇਰੇ ਚਰਣਿਆਂ ਜਿਹੜੇ ਨਾ ਆਪਣੇ ਨੈਣ ਭਤੀਰੀ ਅੱਖਾਂ ਦੀਆਂ ਪਲਕਾਂ ਦੇ ਨਾਲ ਧੋ ਦਿਆਂਗੀ, ਝੱਸ ਦਿਆਂਗੀ। ਪਾਪ ਮਲੋਵੋਂ ਸੰਗ ਨੈਣ ਭਤੀਰੀ, ਜਹਾਂ ਪਠਾਵੋ ਤਹਾਂ ਤਤੀਰੀ, ਮੈਨੂੰ ਜਿੱਥੇ ਵੀ ਤੁਸੀਂ ਬਿਠਾਵੋਗੇ ਮੈਂ ਉੱਥੇ ਬੈਠਾਂਗੀ, ਜਹਾਂ ਜਿੱਥੇ ਵੀ ਤੁਸੀਂ ਮੈਨੂੰ ਭੇਜੋਗੇ ਮੈਂ ਉੱਥੇ ਹੀ ਜਾਵਾਂਗੀ। ਜਪ ਤਪ ਸੰਜਮ ਦਿਓ ਜਤੀਰੀ, ਜ਼ਿੰਦਗੀ ਦਾ ਜਿਹੜਾ ਮੇਰਾ ਸੇਵਾ ਸਿਮਰਨ ਆ, ਮੇਰਾ ਜੋ ਵੀ ਸੇਵਾ ਸਿਮਰਨ ਆਪਣਾ ਤਨ ਤੇ ਮਨ ਤੇਰੇ ਤੋਂ ਕੁਰਬਾਨ ਤੇਰੇ ਚਰਨਾਂ ਵਿੱਚ ਭੇਟਾ ਕਰਦੇ ਹਾਂ। ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਕ ਮਲਾਵੋ ਮੋਹ ਪ੍ਰਾਣ ਪਤੀਰੀ, ਇੱਕ ਪਲ ਲਈ ਮੈਨੂੰ ਵੀ ਪ੍ਰਾਣਾਂ ਦਾ ਮਾਲਕ ਪਰਮੇਸ਼ਰ ਦੇ ਦਰਸ਼ਨ ਮਿਲਾਪਤਾ ਕਰਾ ਦਿਓ। ਗੱਡ ਕੇ ਆਖੂ ਸਤਨਾਮ। ਇਹ ਬਿਲਕਦੀ ਰੂਹ ਆਤਮਾ ਬੇਨਤੀ ਕਰਦੀ, ਇੱਕ ਨਿਮਕ ਮਲਾਵੋ ਮੋਹ ਪ੍ਰਾਣ ਪਤੀਰੀ, ਸਵਾਸਾਂ ਦਾ ਮਾਲਕ ਜਿਹੜਾ ਪ੍ਰਾਣਾਂ ਦਾ ਪਤੀ ਪਰਮੇਸ਼ਰ ਆ, ਇੱਕ ਪਲ ਲਈ ਉਹਦੀ ਦਰਸ਼ਨ ਤਾਂ ਕਰਾਓ। ਜਪ ਤਪ ਸੰਜਮ ਦਿਉ ਜਤੀਰੀ, ਜਹਾਂ ਪਠਾਵੋ ਤਥਾਂ ਤਤੀਰੀ, ਪਾ ਮਲੋਵੋ ਸੰਗ ਨੈਣ ਭਤੀਰੀ, ਨੈਣਾਂ ਦੀਆਂ ਪਲਕਾਂ ਦੇ ਨਾਲ ਤੇਰੇ ਚਰਨ ਚੱਸਾਂਗੇ। ਜ਼ਿੰਦਗੀ ਦੀ ਜਿਹੜੀ ਮਿਹਨਤ ਆ ਤਨ ਮਨ ਤੁਹਾਡੇ ਚਰਨਾਂ ਵਿੱਚ ਭੇਟਾ ਕਰਦੇ ਆ। ਅਤੇ ਸਾਹਿਬ ਕਹਿੰਦੇ ਅੱਛਾ ਇਹ ਗੱਲ ਆ, ਇਹ ਦਰਸ਼ਨ ਕਰਨ ਦਾ ਤਰੀਕਾ ਦੱਸ ਦਿੰਦੇ ਆ। ਕਹਿੰਦੇ ਦੱਸੋ ਕੀ ਤਰੀਕਾ ਹੈ। ਅਤੇ ਸਾਸਨੀ ਜਿਹੜੇ ਮਿਲੇ ਹੋਏ ਰੱਬੀ ਦੇ ਪਿਆਰੇ ਸਚਿਆਰ ਸਾਧੂ ਜਨ, ਜਿਨ੍ਹਾਂ ਨੂੰ ਕਹਿੰਦੇ ਨੇ ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੂ ਪਾਕ ਸੁਆਮੀ ਸੰਤਨ ਅਵਰ ਨਾ ਕਾਹੂ ਜਨ, ਉਹਨਾਂ ਨੂੰ ਕਿਹਦੀ ਪਰਵਾਹ ਹੈ, ਜਿਹੜੇ ਰੰਗ ਹੱਸੈਂ ਰੰਗ ਰੋਵੈਂ ਚੁੱਪ ਪੀ ਕਰ ਜਾਹੈਂ, ਪਰਵਾਹ ਨਾ ਹੈ ਕਿਸੇ ਕੇਰੀ ਬਾੜ ਸੱਤੇ ਨਾ, ਜਿਹਨਾਂ ਇੱਕ ਪਰਮੇਸ਼ਰ ਦੇ ਨਾਲ ਲਿਵ ਲੱਗੀ ਆ। ਸਾਸਨ ਜੀ ਉਹ ਬਚਨ ਕਰਦੇ ਨੇ, ਕੀ ਕਹਿੰਦੇ ਨੇ, ਮਾਣ ਤਾਣ ਅਹੰ ਬੁੱਧ ਹਤੀਰੀ, ਕਹਿੰਦੀ ਜੀ ਰੱਬ ਦਾ ਦੀਦਾਰ ਕਰਨਾ ਹੈ, ਪਤੀ ਪਰਮੇਸ਼ਰ ਨੂੰ ਮਿਲਣਾ ਹੈ, ਅਤੇ ਕਹਿੰਦੇ ਮਾਣ ਆਪਣੀ ਜ਼ਿੰਦਗੀ ਦੀ ਅੰਦਰ ਇੱਜ਼ਤ ਮਾਣ ਕਿ ਕੋਈ ਲੋਕਨ ਕੀ ਚਤਰਾਈ ਉਪਮਾ ਤੀਬੈ ਸੰਤਰ ਜਾਰ, ਦੁਨੀਆ ਦੀਆਂ ਵਡਿਆਈਆਂ ਨੂੰ ਪਿੱਛੇ ਸੁੱਟ ਦਿਓ। ਦੁਨੀਆ ਦੀ ਕੋਲੋਂ ਇੱਜ਼ਤ ਨਹੀਂ ਭਾਲਣੀ, ਦੁਨੀਆ ਦੇ ਉੱਤੇ ਕੋਈ ਸਤਿਕਾਰ ਨਹੀਂ ਕਰਦਾ। ਮਾਣ ਤਾਣ ਅਤੇ ਆਪਣੀ ਤਾਕਤ ਆਪਣੀ ਬਲ ਕੁਝ ਨਹੀਂ ਕਰਦੀ। ਮਾਣ ਤਾਣ ਆਮ ਬੁੱਧ ਹਉਮੈ ਰੂਪੀ ਅਕਲ, ਜਿਹੜੀ ਸਭ ਤੋਂ ਵੱਡੀ ਮੈਨੂੰ ਵੱਧ ਅਕਲ ਆ, ਜੋ ਮੈਂ ਕਹਿੰਦਾ ਉਹ ਆ, ਉਹ ਸੀ ਠੀਕ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਉਹ ਬੁੱਧੀ ਆ ਜਿਹੜੀ ਨਾ ਉਹਨੂੰ ਖਤਮ ਕਰ ਦੇ, ਉਹਨੂੰ ਹੱਤਿਆ ਕਰ ਦੇ, ਭਾਵ ਹਿਰਦੇ ਤੋਂ ਮੌਤ ਕਰ ਦੇ, ਮੁਕਾਉਣਾ ਕਰ, ਮਾਰਨਾ ਕਰ। ਮਾਣ ਤਾਣ ਇੱਜ਼ਤ ਮਾਣ ਸਤਿਕਾਰ ਹਉਮੈ, ਆਪਣੀ ਅਕਲ ਨੂੰ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਮਨ ਕੀ ਮੱਤ ਤੇ ਆਗੂ ਹਰ ਜਨਮ। ਇਹ ਗੁਰੂ ਦੇ ਪਿਆਰਿਓ ਸੇਵਕ ਜਨੋ, ਪਹਿਲਾਂ ਆਪਣੀ ਮੱਤ ਛੱਡ ਦਿਓ, ਪਰ ਗੱਲ ਬੜੀ ਔਖੀ ਹੈ। ਇਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵੂ, ਅੱਠੇ ਪੈਰ ਪਰਮੇਸ਼ਰ ਦੀ ਯਾਦ ਵਿੱਚ ਰਹਿਣਾ, ਗੁਰ ਸਤਿਗੁਰ ਕੀ ਮੱਤ ਲੈਣੀ, ਗੁਰ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਵਿੱਚ ਸੁਣ ਕੇ ਕਮਾ ਲੈਣਾ, ਵਸਾ ਲੈਣਾ। ਅਤੇ ਉੱਥੇ ਪਾਤਸ਼ਾਹ ਕਹਿੰਦੇ ਨੇ ਮਾਣ ਤਾਣ ਅਹੰ ਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ, ਕਹਿੰਦੇ ਤਿੰਨ ਗੱਲਾਂ ਪ੍ਰਵਾਨ ਕਰ ਲਾ, ਕਮਾ ਲਾ,
ਤੇ ਕਹਿੰਦੇ ਕਹਿਣਾ ਨਹੀਂ ਪੈਣਾ, ਪਰਮੇਸ਼ਰ ਨੇ ਆਪੇ ਤੈਨੂੰ ਗਲਵੱਕੜੀ ਵਿੱਚ ਲੈਣਾ, ਫਿਰ ਤੂੰ ਆਪੇ ਸੁਹਾਗਣ ਹੋ ਜਾਣਾ ਆ। ਗੱਢ ਕੇ ਆਖੂ ਸਤਨਾਮ ਸੀ। ਤੇ ਐਸੇ ਬਚਨਾਂ ਨੂੰ ਸਤਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਲਈ ਬਿਲਕਦੀ ਆਤਮਾ, ਤੜਪਦੀ ਆਤਮਾ ਹਿਰਦੇ ਅੰਦਰ ਤਾਂ ਗਈ ਪਰਮੇਸ਼ਰ ਦੇ ਮਿਲਣ ਲਈ ਸਹਿਬ ਸਤਿਗੁਰੂ ਸਾਨੂੰ ਬਚਨ ਕਰਦੇ ਨੇ ਕਿ ਅਸੀਂ ਬੇਕਾਰਾਂ ਬਸ ਹੋ ਕਰਕੇ ਜਿਹੜੇ ਸਾਡੇ ਕਰਮ ਆ, ਸ਼ੁਭ ਕਰਮ ਕਰਨੇ ਸੀ, ਜਿਹਨੂੰ ਪਾਤਸ਼ਾਹ ਕਹਿੰਦੇ ਅਮਲ ਕਰ ਧਰਤੀ, ਇਹ ਤਨ ਰੂਪੀ ਧਰਤੀ ਜਿਹੜੀ ਸ਼ੁਭ ਕਰਮ ਕਮਾਉਣ ਵਾਸਤੇ ਮਿਲੀ ਸੀ, ਅਸੀਂ ਤਨ ਰੂਪੀ ਧਰਤੀ ਕਮਾ ਕਰਕੇ ਜਿਵੇਂ ਕਿਰਸਾਨ ਜ਼ਮੀਨ ਨੂੰ ਸੋਧਦਾ ਏ, ਇਵੇਂ ਅਸੀਂ ਵੀ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ, ਚੜ੍ਹੇ ਦਿਵਸ ਗੁਰਬਾਣੀ ਗਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ ਪਾਪ ਲੈ ਜਾਵੈ। ਤੇ ਪਾਤਸ਼ਾਹ ਕਹਿੰਦੇ ਨੇ ਸਾਸ ਗ੍ਰਾਸ ਧਿਆਈ ਮੇਰਾ ਹਰ ਹਰ ਗੁਰਸਿੱਖ ਗੁਰੂ ਮਨ ਪਾਵੈ, ਜਿਸਨੋਂ ਦਿਆਲ ਹੋਈ ਮੇਰਾ ਸੁਆਮੀ, ਤਿਸ ਗੁਰਸੇ ਗੁਰੂ ਉਪਦੇਸ਼ ਸੁਣਾਵੈ। ਐਸੀ ਅਵਸਥਾ ਹੋਣੀ ਸੀ ਅੰਮ੍ਰਿਤ ਵੇਲੇ ਉੱਠ ਕੇ, ਮਨੁੱਖਾ ਜਨਮ ਰੂਪੀ ਅੰਮ੍ਰਿਤ ਵੇਲੇ ਨੂੰ, ਜਿਹਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ ਹਿਰਦੈ ਨਾਮ ਸੰਭਾਲ ਸਵੇਰਾ। ਇਹ ਮਨੁੱਖਾ ਜਨਮ ਜਿਹੜਾ ਆ ਅੰਮ੍ਰਿਤ ਵੇਲਾ, ਮਨੁੱਖਾ ਜਨਮ ਜ਼ਿੰਦਗੀ ਦੇ ਅੰਦਰ ਤੇ 24 ਘੰਟਿਆਂ ਵਿੱਚ 2 ਵੇਲੇ ਅੰਮ੍ਰਿਤ ਵੇਲਾ ਪ੍ਰਾਪਤ ਹੁੰਦਾ ਹੈ। ਇਸ ਮਨੁੱਖਾ ਜਨਮ ਰੂਪੀ ਅੰਮ੍ਰਿਤ ਵੇਲੇ ਨੂੰ ਸਫਲ ਕਰਕੇ ਸਵਾਸ ਸਵਾਸ ਸਿਮਰਨ ਕਰਕੇ ਪਰਮੇਸ਼ਰ ਨੂੰ ਯਾਦ ਕਰਕੇ, ਜਿੱਥੇ ਪਾਤਸ਼ਾਹ ਕਹਿੰਦੇ ਨੇ ਰੇ ਚਿਤ ਚੇਤ 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 ਅਚੇਤ ਐ ਅਚੇਤ ਮਨ, ਉਸ ਪਰਮ ਪਿਤਾ ਪਰਮੇਸ਼ਰ ਨੂੰ ਯਾਦ ਕਰ, ਜਿਹਨੂੰ ਮਿਲਣ ਲਈ ਇਹ ਦੇਹੀ ਮਿਲੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਮੇਰੀ ਸੰਗਤ ਪੋਚ ਸੂਚ ਦਿਨ ਰਾਤੀ, ਮੇਰੀ ਸੰਗਤ ਵਿਕਾਰਾਂ ਨਾਲ ਹੋ ਗਈ ਹੈ। ਵਿਕਾਰ ਜਿਹੜੇ ਆ ਉਹ ਮੇਰੇ ਵਿਚਾਰਾਂ ਵਿੱਚ ਰਚ ਮਿਚ ਗਏ ਆ, ਇਸ ਲਈ ਮੇਰਾ ਸੁਭਾਅ ਜਿਹੜਾ ਆ ਉਹ ਬੜਾ ਵਿਕਾਰਾਂ ਭਰਿਆ ਹੋ ਗਿਆ, ਭੈੜਾ ਹੋ ਗਿਆ, ਅੱਤ ਘਟੀਆ। ਅਤੇ ਇਸ ਲਈ ਮੇਰੇ ਜਿਹੜੇ ਕਰਮ ਆ ਖੋਟੇ ਆ, ਭੈੜੇ ਆ, ਅਤੇ ਜੀਵਨ ਜਿਹੜਾ ਇਹ ਜਨਮ ਤੋਂ ਲੈ ਕੇ ਹੁਣ ਤੱਕ ਕੋਈ ਸਿਮਰਨ ਨਹੀਂ, ਕੋਈ ਸੇਵਾ ਨਹੀਂ, ਕੋਈ ਚੰਗਾ ਕਰਮ ਨਹੀਂ ਕਮਾਇਆ। ਇਸ ਲਈ ਕਹਿੰਦੇ ਨੇ ਜਨਮ ਵੀ ਘੁੰਭਾਂਤੀ ਵਿਅਰਥ ਹੀ ਜਾ ਰਿਹਾ। ਅਤੇ ਅੱਜ ਦੇਖਦੇ ਹਾਂ ਸਾਧ ਸੰਗਤ ਜੀ, ਭਾਰਤ ਦੀ ਧਰਤੀ 'ਤੇ ਨਹੀਂ ਵਿਸ਼ਵ 'ਤੇ ਹੀ ਸਾਧ ਸੰਗਤ ਦੀ ਨਸ਼ੇ ਨੇ, ਜਿਹਦੀ ਸ਼ਰਤ ਧੰਨ ਗੁਰੂ ਦਾਸ ਜੀ ਰੱਖਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਜਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾ, ਹਿਰਦੇ ਦੇ ਅੰਦਰ ਗੋਬਿੰਦ ਬਸਦਾ ਈ, ਉਹਦੇ ਗੁਣ ਆ ਸਕਦੇ ਨੇ, ਨਿਵਾਸ ਕਰਦੇ ਨੇ ਕਦੋਂ? ਸੁਰਸਰੀ ਸਲਲ ਕਿਰਤ ਵਾਰਨ ਦੀ ਸੰਤ ਜਨ ਕਰਤ ਨਹੀਂ ਪਾਨ, ਜਿਹੜੇ ਗੁਰੂ ਕੇ ਸਿੱਖ ਸੇਵਕ ਜਗਿਆਸੂ ਕਹਾਉਂਦੇ ਨਾ, ਸਾਧਕ ਕਹਾਉਂਦੇ ਆ, ਉਹ ਫਿਰ ਕੋਈ ਵੀ ਨਸ਼ਾ ਜਿਹੜਾ ਆ ਕਦੇ ਵੀ ਸੇਵਨ ਨਹੀਂ ਕਰਦੇ, ਪਹਿਲੀ ਸ਼ਰਤ। ਇਸ ਲਈ ਸਾਧ ਸੰਗਤ ਜੀ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਮਿਕਾ ਕਰਕੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ, ਰਾਮ ਗੁਸਈਆਂ ਦੀ ਕੇ ਜੀਵ ਨਾ ਮੋਹਿ ਨਾ ਵਿਸਾਰੂ ਮੈਂ ਜਨ ਤੇਰਾ, ਪਰ ਮਰਸ਼ੇ ਮੈਂ ਤੇਰਾ ਦਾਸ ਹਾਂ, ਕਿਰਪਾ ਕਰਕੇ ਆਪਣਾ ਮਿਲਾਪ। ਅਤੇ ਸਾਧ ਸੰਗਤ ਦੀ ਭਾਗ ਸੁਭਾਗ ਬਖਸ਼ਿਸ਼ ਕਰੋ, ਦਰਸ਼ਨ ਦੇ ਕੇ ਨਿਹਾਲ ਮੇਰੀ ਹਰੁ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰਹੋਂ ਤੇਰੀ ਸਾਂਭਾ ਬੇਗ ਮਿਲੋ ਜਨ ਕਰ ਨਾ ਬਿਲੰਬਾ। ਸਾਹਿਬ ਸਾਨੂੰ ਸਮਝਾਉਣ ਲਈ ਮਿਹਰਾਂ ਦਾ ਮੀਂਹ ਬਰਸਾਉਂਦੇ ਨੇ ਕਿ ਜੇ ਪਰਮੇਸ਼ਰ ਦੀਆਂ ਖੁਸ਼ੀਆਂ ਲੈਣੀਆਂ ਨੇ ਨਾ, ਕਦੇ ਮੁੱਖ ਨਹੀਂ ਮੋੜਨਾ। ਅਤੇ ਉਸ ਨੂੰ ਪਾਤਸ਼ਾਹ ਕਹਿੰਦੇ ਨੇ ਜਿਨੀ ਸੰਜਾਤਾ ਸਾਈ ਰੱਤੀ ਸਈ ਜੇ ਮੁੱਖ ਨਾ ਮੋੜਨ, ਜਿਹੜੇ ਪਰਮੇਸ਼ਰ ਤੇਰੇ ਪ੍ਰੇਮ ਵਿੱਚ ਰੰਗੇ ਗਏ ਆ ਉਹ ਫਿਰ ਮੁੱਖ ਨਹੀਂ ਮੋੜਦੇ। ਰੱਤੀ ਸਈ ਦੀ ਮੁੱਖ ਨਾ ਮੋੜਨ ਜਿਨੀ ਸੰਜਾਤਾ ਸਾਈ, ਜਿਨ੍ਹਾਂ ਨੇ ਮਾਲਕ ਨੂੰ ਪਹਿਚਾਣ ਲਿਆ ਹੈ। ਅਤੇ ਸਾਧ ਸੰਗਤ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਫਿਰ ਮੁੱਖ ਨਹੀਂ ਮੋੜ ਲਈ। ਉੱਥੇ ਤੇ ਸਾਧ ਸੰਗਤ ਜੀ ਰੱਤੀ ਸਈ ਦੀ ਮੁੱਖ ਨਾ ਮੁੜਨ ਜਿਨੀ ਸੰਜਾਤਾ ਸਾਈ, ਝੜ ਝੜ ਪੰਦੀ ਕੱਚੀ ਬਿਰਹੀ ਜਿਨ੍ਹਾਂ ਕਾਰਨਾ ਆਈ, ਜਿਨ੍ਹਾਂ ਨੂੰ ਗੱਲ ਸਮਝ ਨਹੀਂ ਪੈਂਦੇ ਉਹ ਅੱਡ ਕਿਤੇ ਕੱਲ੍ਹ ਕਿਤੇ ਪਰਸੋਂ ਕਿਤੇ। ਇਸ ਲਈ ਝੜ ਝੜ ਪਰਬਦੀ ਕੱਚੀ ਬਿਰਹੀ ਜਿਨ੍ਹਾਂ ਕਾਰਨਾ ਆਈ, ਧਣੀ ਬਿਹੂਣਾ ਪਾਟ ਬਟੰਬਰ, ਬਾਹਰੋਂ ਬਸਤਾਂ 'ਚ ਥੋੜ੍ਹਾ ਦੇਖਣਾ ਹੈ, ਉਹ ਤੇ ਪਰਮੇਸ਼ਰ ਚਿੱਕੜ ਭਲੇ ਨੂੰ ਗੱਲ ਨਾਲ ਲਾ ਲੈਂਦਾ। ਧਣੀ ਬਿਹੂਣਾ ਪਾਟ ਪਟੰਬਰ ਭਾਈ ਸੀਤੀ ਜਾਲੇ, ਧੂੜੀ ਵਿੱਚ ਲੁੜੰਦੜੀ ਸੂਹਾ, ਨਾਨਕ ਤੈ ਸਹਿ ਨਾਲੀ। ਪਾਤਸ਼ਾਹ ਕਹਿੰਦੇ ਚਿੱਕੜ ਨਾ ਭਰੀ ਹੋਵੇ ਅਤੇ ਪਰਮੇਸ਼ਰ ਤੇਰੀ ਮਿਹਰ ਹੋਵੇ ਅਤੇ ਬਹੁਤ ਹੀ ਸੋਹਣੀ ਲੱਗਦੀ। ਇਸ ਲਈ ਸਾਧ ਸੰਗਤ ਜੀ ਨਾਨਕ ਤੈਸਾ ਨਾਲ, ਪਰਮੇਸ਼ਰ ਤੂੰ ਨਾਲ ਹੋਵੇ ਤਾਂ ਸਭ ਕੁਝ ਚੰਗਾ ਲੱਗਦਾ ਹੈ, ਸਭ ਕੁਝ ਸਫਲ ਹੈ। ਕਹੋ ਨਾਨਕ ਤੇ ਸਭ ਕੁਛ ਨੀਕਾ, ਜੋ ਪ੍ਰਭ ਕੀ ਸ਼ਰਨ ਆਗਣਾ, ਜਿਹਨੂੰ ਪਰਮੇਸ਼ਰ ਦੀ ਸ਼ਰਨ ਨਸੀਬ ਹੋ ਗਈ ਉਹਦੇ ਲਈ ਸਭ ਕੁਝ ਚੰਗਾ ਹੈ। ਇਸ ਲਈ ਸਾਧ ਸੰਗਤ ਜੀ ਆਪਾਂ ਵੀ ਅਰਦਾਸ ਕਰੀਏ, ਆਪਣਾ ਵੀ ਜੀਵਨ ਜਿਹੜਾ ਆਪਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਕੇ ਸਤਿਗੁਰੂ ਮਿਹਰਾਂ ਦਾ ਮੀਂਹ ਬਰਸਾਉਣ, ਆਪਣੇ ਚਰਨਾਂ ਦੇ ਨਾਲ ਜੋੜ ਕੇ ਦਰਸ਼ਨ ਦੇ ਕੇ ਸੁਭਾਗ ਬਖਸ਼ ਕਰਨ। ਤੋ ਸਾਧ ਸੰਗਤ ਅਰਦਾਸ ਕਰਦੇ ਹਾਂ ਕਰੋਨਾ ਮਹਾਂਵਾਰੀ, ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਪਰਮੇਸ਼ਰ ਕਿਰਪਾ ਕਰ, ਜਿਵੇਂ ਚਾਹੁੰਦਾ ਉਵੇਂ ਸੰਸਾਰ ਤੋਂ ਵਿਸ਼ਵ ਤੋਂ ਦੁੱਖਾਂ ਦਾ ਕਲੇਸ਼ਾਂ ਦਾ ਨਾਸ ਕਰੋ ਜੀ, ਇਹ ਸੰਸਾਰ ਨੂੰ ਹਰਿਆ ਭਰਿਆ ਕਰੋ।
ਇਹ ਆਪ ਜੀ ਦੀ ਫਲਵਾੜੀ ਸਦਾ ਖਿੜੀ ਰਹੇ। ਤਾਂ ਸਾਸੰਗ ਦੀ ਹੋਈਆਂ ਭੁੱਲਾਂ ਦੀ ਖੇਮਾ। ਜੈ ਗੁਰਦੀਪ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।